ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਲੈਕਚਰਰ ਕੈਡਰ ਬਾਇਓਲੋਜੀ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਇੰਪਰੂਵਮੈਂਟ ਇਨ ਫੂਡ ਪ੍ਰੋਡਕਸ਼ਨ। ਕਲਾਸ 12 ਬਾਇਓ ਦਾ ਇਹ ਟੌਪਿਕ ਹੈ। ਵੈਸੇ ਇਹ ਕਲਾਸ 12 ਦੀ ਜੋ ਬੁੱਕ ਹੈ NCERT ਉਹਦੇ 'ਚੋਂ ਕੱਟ ਹੋ ਚੁੱਕਾ ਹੈ, ਬਟ ਆਪਾਂ ਲੈਕਚਰਰ ਕੈਡਰ ਦੇ ਸਿਲੇਬਸ ਲਈ ਆਪਾਂ ਨੂੰ ਇਹ ਕਰਨਾ ਪੈਣਾ ਹੈ ਬਿਕੋਜ਼ ਇਹ ਸਿਲੇਬਸ ਦੇ ਵਿੱਚ ਮੈਂਸ਼ਨ ਹੈ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ ਵਿਦ ਦ ਫਸਟ MCQ। Which of the following is not a desirable characteristic in animal breeding? ਐਨੀਮਲ ਬਰੀਡਿੰਗ ਦੇ ਵਿੱਚ ਪਤਾ ਕੀ ਹੁੰਦਾ, ਇੱਕ ਮੇਲ ਤੇ ਫੀਮੇਲ ਦੀ ਆਪਾਂ ਮੇਟਿੰਗ ਕਰਾਉਣੀ ਹੁੰਦੀ ਹੈ। ਸੋ ਆਪਾਂ ਮੇਲ ਉੱਦਾਂ ਦਾ ਸਿਲੈਕਟ ਕਰਦੇ ਹਾਂ ਜਿਹਦੇ ਡਿਜ਼ਾਇਰੇਬਲ ਕਰੈਕਟਰਿਸਟਿਕਸ ਹੋਣ, ਮਤਲਬ ਜਿਹੜੇ ਕਰੈਕਟਰਿਸਟਿਕਸ ਦਾ ਫਾਇਦਾ ਹੋਏਗਾ ਆਪਾਂ ਨੂੰ ਅੱਗੇ ਜਾ ਕੇ। ਫੀਮੇਲ ਵੀ ਆਪਾਂ ਇੱਦਾਂ ਦੀ ਸਿਲੈਕਟ ਕਰਨੀ ਹੈ ਜਿਹਦੇ ਕਰੈਕਟਰਿਸਟਿਕਸ ਡਿਜ਼ਾਇਰੇਬਲ ਹੋਣ। ਸੋ ਦੋਨਾਂ ਦੇ ਡਿਜ਼ਾਇਰੇਬਲ ਕਰੈਕਟਰਿਸਟਿਕਸ ਵਾਲੇ ਆਪਾਂ ਪੇਰੈਂਟਸ ਸਿਲੈਕਟ ਕਰਨੇ ਆ ਐਂਡ ਉਹਨਾਂ ਦੀ ਮੇਟਿੰਗ ਕਰਾਉਣੀ ਹੈ। ਸੋ ਆਪਣੇ ਕੋਲ ਜਿਹੜਾ ਨਿਊ ਜਨਰੇਸ਼ਨ ਆਏਗੀ, ਨਿਊ ਐਨੀਮਲ ਜਿਹੜਾ ਵੀ ਬੋਰਨ ਹੋਏਗਾ ਉਹਦੇ ਕੋਲੇ ਦੋਨਾਂ ਦੇ ਫੀਚਰਸ ਹੋਣਗੇ, ਮੇਲ ਦੇ ਵੀ ਐਂਡ ਫੀਮੇਲ ਦੇ ਵੀ। ਠੀਕ ਹੈ, ਸੋ ਕਿਹੜੇ ਜੋ ਕਰੈਕਟਰਿਸਟਿਕਸ ਹੈ ਉਹ ਨਾਟ ਡਿਜ਼ਾਇਰੇਬਲ ਹੈ, ਜਿਹੜੇ ਕਰੈਕਟਰਿਸਟਿਕ ਆਪਾਂ ਨੂੰ ਨਹੀਂ ਚਾਹੀਦੇ। ਅਰਲੀ ਮੈਚਿਓਰਿਟੀ, ਕਿ ਉਹ ਜਲਦੀ ਮੈਚਿਓਰ ਹੋਣਾ ਚਾਹੀਦਾ, ਤਾਂ ਹਾਂ ਇਹ ਤਾਂ ਹੋਣਾ ਚਾਹੀਦਾ ਹੈ ਨਾ, ਵਧੀਆ ਗੱਲ। ਅਗਰ ਜਲਦੀ ਮੈਚਿਓਰ ਹੋਏਗਾ ਤਾਂ ਆਪਾਂ ਨੂੰ ਜਲਦੀ ਫਾਇਦਾ ਦੇਗਾ। ਡਿਸੀਜ਼ ਰੈਜ਼ਿਸਟੈਂਸ, ਹਾਂਜੀ ਇਹ ਵੀ ਹੋਣਾ ਚਾਹੀਦਾ ਉਹਦੇ ਵਿੱਚ, ਕਿ ਉਹਨੂੰ ਬਿਮਾਰੀ ਛੇਤੀ ਨਹੀਂ ਲੱਗਣੀ ਚਾਹੀਦੀ। ਲੋ ਰਿਪਰੋਡਕਟਿਵ ਐਫੀਸ਼ੀਐਂਸੀ, ਸੋ ਉਹਨਾਂ ਨੇ ਨਾਟ ਪੁੱਛਿਆ ਨਾ, ਸੋ ਨਾਟ ਦਾ ਆਂਸਰ ਤਾਂ ਇਹ ਆਏਗਾ ਲੋ ਰਿਪਰੋਡਕਟਿਵ ਐਫੀਸ਼ੀਐਂਸੀ, ਬਿਕੋਜ਼ ਜਿਹੜਾ ਵੀ ਨਿਊ ਐਨੀਮਲ ਪ੍ਰੋਡਿਊਸ ਹੋਏਗਾ ਉਹਦੀ ਰਿਪਰੋਡਕਟਿਵ ਐਫੀਸ਼ੀਐਂਸੀ ਲੋ ਨਹੀਂ ਹੋਣੀ ਚਾਹੀਦੀ। ਅਗਰ ਰਿਪਰੋਡਕਟਿਵ ਐਫੀਸ਼ੀਐਂਸੀ ਲੋ ਹੋਏਗੀ ਤਾਂ ਉਹ ਆਪਾਂ ਨੂੰ ਹੀ ਨੁਕਸਾਨ ਕਰੇਗਾ ਅੱਗੇ ਜਾ ਕੇ, ਹੈ ਨਾ, ਉਹਦੇ ਕੋਈ ਯੂਜ਼ ਨਹੀਂ ਰਹੇਗਾ ਆਪਣੇ ਲਈ। ਸੋ ਹਾਈ ਮਿਲਕ ਯੀਲਡ ਵੀ ਆਪਾਂ ਨੂੰ ਚਾਹੀਦਾ ਹੁੰਦਾ, ਰਾਈਟ। ਸੋ ਡਿਜ਼ਾਇਰੇਬਲ ਕਰੈਕਟਰਿਸਟਿਕ ਨਾਟ ਵਾਲਾ ਕਿਹੜਾ ਆਏਗਾ, ਲੋ ਰਿਪਰੋਡਕਟਿਵ ਐਫੀਸ਼ੀਐਂਸੀ, ਬਿਕੋਜ਼ ਇਹ ਐਨੀਮਲ ਆਪਾਂ ਨੂੰ ਨਹੀਂ ਚਾਹੀਦਾ। ਠੀਕ ਹੈ, ਸੋ ਨੈਕਸਟ ਇਜ਼ the process of mating animals of same breed to maintain desirable traits। ਜਦੋਂ ਆਪਾਂ ਸੇਮ ਬਰੀਡ ਦੇ ਐਨੀਮਲਸ ਦੀ ਮੇਟਿੰਗ ਕਰਾਉਂਦੇ ਆ ਤਾਂ ਕਿ ਆਪਣੇ ਡਿਜ਼ਾਇਰੇਬਲ ਟ੍ਰੇਟਸ ਆਪਾਂ ਨੂੰ ਮੇਨਟੇਨ ਰਹਿਣ, ਹੈ ਨਾ, ਤਾਂ ਉਸ ਚੀਜ਼ ਨੂੰ ਆਪਾਂ ਕੀ ਬੋਲਦੇ ਹਾਂ, ਕ੍ਰਾਸ ਬਰੀਡਿੰਗ ਬੋਲਦੇ ਹਾਂ, ਇਨ ਬਰੀਡਿੰਗ, ਆਊਟ ਬਰੀਡਿੰਗ ਜਾਂ ਹਾਈਬ੍ਰਿਡਾਈਜੇਸ਼ਨ। ਸੋ ਬਿਕੋਜ਼ ਸੇਮ ਬਰੀਡ ਹੈ ਨਾ, ਤਾਂ ਸੇਮ ਬਰੀਡ ਲਈ ਕੀ ਆਏਗਾ, ਇਨ ਬਰੀਡਿੰਗ। ਠੀਕ ਹੈ, ਸੇਮ ਬਰੀਡ ਦੇ ਐਨੀਮਲਸ ਦੀ ਮੇਟਿੰਗ ਨੂੰ ਇਨ ਬਰੀਡਿੰਗ ਬੋਲਦੇ ਆ, ਬਟ ਇਹਦਾ ਇੱਕ ਨੁਕਸਾਨ ਹੈ। ਉਹ ਕੀ ਨੁਕਸਾਨ ਹੈ ਕਿ ਕੰਟੀਨਿਊਸ ਇਨ ਬਰੀਡਿੰਗ ਅਗਰ ਹੋਈ ਜਾਏਗੀ, ਅਗਰ ਤੁਸੀਂ ਸੇਮ ਐਨੀਮਲਸ, ਸੇਮ ਬਰੀਡ ਦੇ ਐਨੀਮਲਸ ਦੀ ਮੇਟਿੰਗ ਕਰਾਈ ਜਾਓਗੇ ਤਾਂ ਉਹਦੇ ਨਾਲ ਕੀ ਹੋ ਜਾਂਦਾ ਹੈ, ਇਨ ਬਰੀਡਿੰਗ ਡਿਪਰੈਸ਼ਨ ਹੋ ਜਾਂਦਾ ਹੈ। ਵਾਟ ਡੂ ਯੂ ਮੀਨ ਬਾਈ ਇਨ ਬਰੀਡਿੰਗ ਡਿਪਰੈਸ਼ਨ? ਬਿਕੋਜ਼ ਦੇਖੋ ਕਈ ਜਨਰੇਸ਼ਨਸ ਤੋਂ ਸੇਮ ਹੀ ਬਰੀਡਸ ਦੇ ਵਿੱਚ ਮੇਟਿੰਗ ਹੋ ਰਹੀ ਹੈ ਤਾਂ ਉਹਦੇ ਨਾਲ ਰੀਪਰੋਡਕਟਿਵ ਐਫੀਸ਼ੀਐਂਸੀ ਘਟ ਜਾਂਦੀ ਹੈ। ਠੀਕ ਹੈ, ਐਂਡ ਸਮਟਾਈਮਸ ਮਿਊਟੇਸ਼ਨਸ ਵੀ ਆ ਜਾਂਦੀਆਂ, ਲਾਈਕ ਸਮਟਾਈਮਸ ਕੀ ਹੁੰਦਾ ਕਿ ਮਿਊਟੇਸ਼ਨਸ ਨਾ ਹਿਡਨ ਹੁੰਦੀਆਂ, ਮਤਲਬ ਐਕਸਪੋਜ਼ ਨਹੀਂ ਹੋ ਪਾਉਂਦੀਆਂ, ਬਟ ਸੇਮ ਕਾਈਂਡ ਦੇ ਵਿੱਚ ਬਰੀਡਿੰਗ ਹੋਣ ਕਰਕੇ ਮਿਊਟੇਸ਼ਨਸ ਐਕਸਪੋਜ਼ ਹੋ ਜਾਂਦੀਆਂ। ਠੀਕ ਹੈ, ਸੋ ਇਹ ਕਈ ਵਾਰ ਨੁਕਸਾਨ ਵੀ ਕਰ ਸਕਦਾ। ਐਂਡ ਦੂਜੀ ਗੱਲ, ਰੀਪਰੋਡਕਟਿਵ ਐਫੀਸ਼ੀਐਂਸੀ, ਉਹਦਾ ਸਰਵਾਈਵਲ ਰੇਟ ਇਹ ਘਟ ਜਾਂਦਾ ਇਨ ਬਰੀਡਿੰਗ ਡਿਪਰੈਸ਼ਨ ਹੋਣ ਕਰਕੇ। ਠੀਕ ਹੈ, ਸੋ ਆਪਾਂ ਨੂੰ ਕਰਾਉਣੀ ਚਾਹੀਦੀ ਹੈ ਆਊਟ ਬਰੀਡਿੰਗ ਜਾਂ ਕ੍ਰਾਸ ਬਰੀਡਿੰਗ। ਤਾਂ ਦੇਖਦੇ ਹਾਂ ਆਪਾਂ। ਨੈਕਸਟ ਇਜ਼ ਕ੍ਰਾਸਿੰਗ ਐਨੀਮਲਸ of two different breeds of same species। ਜਦੋਂ ਆਪਾਂ ਡਿਫਰੈਂਟ ਬਰੀਡਸ ਦੇ ਐਨੀਮਲਸ ਦੀ ਕ੍ਰਾਸਿੰਗ ਕਰਾਉਂਦੇ ਆ ਉਹਨੂੰ ਆਪਾਂ ਕੀ ਬੋਲਦੇ ਆ, ਉਹਨੂੰ ਆਪਾਂ ਬੋਲਾਂਗੇ ਕ੍ਰਾਸ ਬਰੀਡਿੰਗ। ਠੀਕ ਹੈ, ਕੀ ਬੋਲਾਂਗੇ, ਕ੍ਰਾਸ ਬਰੀਡਿੰਗ, ਜਦੋਂ ਆਪਾਂ ਡਿਫਰੈਂਟ ਬਰੀਡਸ ਦੇ ਐਨੀਮਲ ਦੀ ਮੇਟਿੰਗ ਕਰਾਉਂਦੇ ਆ। ਓਕੇ, ਨਾਓ ਵਾਟ ਇਜ਼ ਆਊਟ ਕ੍ਰਾਸਿੰਗ? ਆਊਟ ਕ੍ਰਾਸਿੰਗ ਕੀ ਹੁੰਦਾ ਹੈ, ਜਦੋਂ ਆਪਾਂ ਅਨਰਿਲੇਟਡ ਐਨੀਮਲਸ ਦੀ ਮੇਟਿੰਗ ਕਰਾਉਂਦੇ ਆ। ਅਨਰਿਲੇਟਡ ਮਤਲਬ ਕਿ ਉਹਨਾਂ ਦੀ ਬਰੀਡ ਤਾਂ ਸੇਮ ਹੋਏਗੀ ਬਟ ਉਹ ਕਾਫੀ ਜਨਰੇਸ਼ਨਸ ਤੋਂ, ਮਤਲਬ ਉਹਨਾਂ ਦੇ ਜੋ ਇਨਸੈਸਟਰਸ ਹੋਣਗੇ ਉਹ ਅਨਰਿਲੇਟਡ ਹੋਣਗੇ, ਮਤਲਬ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਪਸ 'ਚ ਹੁੰਦਾ, ਮਤਲਬ 5 to 6 ਜਨਰੇਸ਼ਨਸ ਤੱਕ ਉਹਨਾਂ ਦੇ ਐਨਸੈਸਟਰਸ ਸੇਮ ਨਹੀਂ ਹੁੰਦੇ, ਅਨਰਿਲੇਟਡ ਹੈ। ਸੋ ਹੁੰਦੀ ਆ ਆਊਟ ਕ੍ਰਾਸਿੰਗ। ਠੀਕ ਹੈ, ਇੱਕ ਹੁੰਦਾ ਇੰਟਰ ਸਪੈਸੀਫਿਕ ਹਾਈਬ੍ਰਿਡਾਈਜੇਸ਼ਨ। ਇਹਦੇ ਵਿੱਚ ਨਾ ਜੀਨਸ ਤਾਂ ਸੇਮ ਹੁੰਦਾ ਬਟ ਜਿਹੜੀ ਸਪੀਸ਼ੀਜ਼ ਹੈ ਉਹ ਅਲੱਗ ਹੁੰਦੀ ਹੈ। ਸੋ ਸੇਮ ਜੀਨਸ ਦੇ ਐਨੀਮਲਸ ਦੀ ਮੇਟਿੰਗ ਕਰਾਉਣਾ ਬਟ ਜਿਨ੍ਹਾਂ ਦੀ ਸਪੀਸ਼ੀਜ਼ ਅਲੱਗ ਹੈ ਉਹ ਹੁੰਦੀ ਹੈ ਇੰਟਰ ਸਪੈਸੀਫਿਕ ਹਾਈਬ੍ਰਿਡਾਈਜੇਸ਼ਨ। ਠੀਕ ਹੈ, ਆਪਾਂ ਪੜਾਂਗੇ ਇਹਨੂੰ ਅੱਗੇ। ਹਾਂਜੀ, ਸੋ ਵਿਚ ਆਫ ਦ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਇੰਟਰ ਸਪੈਸੀਫਿਕ ਹਾਈਬ੍ਰਿਡਾਈਜੇਸ਼ਨ? ਓਕੇ, ਸੋ ਇਹਦਾ ਕੀ ਆਂਸਰ ਆਏਗਾ, ਹਾਰਸ ਐਂਡ ਡੋਂਕੀ। ਠੀਕ ਹੈ, ਬਿਕੋਜ਼ ਇਹਦਾ ਜੋ ਜੀਨਸ ਹੈ ਨਾ ਉਹ ਸੇਮ ਹੈ। ਜੀਨਸ ਕੀ ਹੈ ਦੋਨਾਂ ਦਾ, ਇਕੁਅਸ। ਠੀਕ ਹੈ, ਇਕੁਅਸ ਜੀਨਸ ਨੂੰ ਦੋਨੋਂ ਜਿਹੜੇ ਹੈਗੇ ਬਿਲੋਂਗ ਕਰਦੇ ਆ, ਬਟ ਇਹਨਾਂ ਦੀ ਸਪੀਸ਼ੀਜ਼ ਅਲੱਗ ਹੈ। ਸੋ ਅਗਰ ਹਾਰਸ ਤੇ ਡੋਂਕੀ ਦੀ ਮੇਟਿੰਗ ਹੋਏਗੀ ਤਾਂ ਇਹਦੇ ਤੋਂ ਜਿਹੜਾ ਨਵਾਂ ਆਰਗੈਨਿਜ਼ਮ ਬਣਦਾ ਉਹਦਾ ਨੇਮ ਕੀ ਹੁੰਦਾ, ਮਿਊਲ। ਠੀਕ ਹੈ, ਮਿਊਲ ਬਣਦਾ ਇਹਦੇ ਤੋਂ, ਜਿਹਦੇ ਵਿੱਚ ਹਾਰਸ ਦੇ ਵੀ ਕਰੈਕਟਰਸ ਹੁੰਦੇ ਆ ਤੇ ਡੋਂਕੀ ਦੇ ਵੀ ਕਰੈਕਟਰਸ ਹੁੰਦੇ ਆ। ਬਾਕੀ ਜੋ ਤਿੰਨੋਂ ਆਪਸ਼ਨਸ ਹੈ ਨਾ ਉਹ ਕੈਟਲ ਦੀਆਂ ਹੀ ਬਰੀਡਸ ਹੈ। ਠੀਕ ਹੈ, ਸੋ ਦਿਸ ਇਜ਼
द करेक्ट आंसर हॉर्स इंटू डोंकी किहदी एग्जाम्पल है इंटरस्पेसिफिक हाइब्रिडाइजेशन MOET stands for what do you mean by MOET multiple ovulation and embryo transfer technology यही है द करेक्ट आंसर मल्टीपल ओव्यूलेशन एंड एम्ब्रियो ट्रांसफर टेक्नोलॉजी हाँ जी ये ਹੁੰਦਾ ਕੀ ਹੈ MOET ਵਿੱਚ ਨਾ ਕੋਈ ਕਾਓ ਲੈਂਦੇ ਆ ਪਹਿਲਾਂ ਠੀਕ ਹੈ ਕਾਓ ਨੂੰ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਹੁੰਦਾ ਹਾਰਮੋਨ FSH ਹੁੰਦਾ ਫੋਲਿਕਲ ਸਟਿਮੂਲੇਟਿੰਗ ਹਾਰਮੋਨ नॉर्मली जो काऊ है वो 1 एग प्रोड्यूस करती है बट FSH लगन तो बाद वो प्रोड्यूस करेगी 6 to 8 एग्स ठीक है एग्स ज़्यादा हो गए ओके हुण वो सारे दे सारे जिहड़े एग्स है उन्हें प्रोड्यूस किते आपदी बॉडी दे विच हुण ओनू इनसैमीनेट किया जाता है मीनस उहदे अंदर सीमन पाया जाता है काऊ दे अंदर है ना सो इनसैमीनेशन होगी तो जिहड़े सारे एग्स है वो की हो जाएंगे फर्टिलाइज हो जाएंगे फर्टिलाइजेशन होगी एग्स की है ना सो हुण फर्टिलाइज्ड एग्स जिहड़े है वो इहदी बॉडी चों कढ लए जांदे आ वो सारे के सारे फर्टिलाइज्ड एग्स हुण डिफरेंट सरोगेट मदर्स जिहड़ियां हुंदियां ठीक है सरोगेट मदर्स दी बॉडी च इंसर्ट कर दिते जांदे आ सो वो मदर्स हुण बेबीज़ नूं बर्थ दिंदियां फिर ठीक है बट जिहड़ी काऊ है ये नवां साइकल करन लई रेडी हो जांदी है ठीक है सो इहनूं फिर FSH दिता जांदा है एंड अगेन ये सारा प्रोसैस रिपीट हुंदा सो ये नवें प्रोसैस ਲਈ ਨਵੀਂ ਓਵੂਲੇਸ਼ਨ ਲਈ ਰੈਡੀ ਹੋ ਜਾਂਦੀ ਹੈ ਐਂਡ ਸੈਰੋਗੇਟ ਮਦਰਸ ਨਵੇਂ ਬੇਬੀਜ਼ ਨੂੰ ਬਰਥ ਦਿੰਦੀਆਂ ਠੀਕ ਹੈ ਸੋ ਇਹ ਇੱਕ ਪ੍ਰੋਸੈਸ ਹੈ MOET ਮਲਟੀਪਲ ਓਵੂਲੇਸ਼ਨ ਐਂਡ ਐਮਬ੍ਰਿਓ ਟ੍ਰਾਂਸਫਰ ਟੈਕਨੋਲੋਜੀ ਓਕੇ ਵਿਚ ਬਰੀਡ ਇਜ਼ ਫੇਮਸ ਫॉर ਹਾਈ ਮਿਲਕ ਪ੍ਰੋਡਕਸ਼ਨ ਲਈ ਕਿਹੜੀ ਬਰੀਡ ਫੇਮਸ ਹੈ ਜਰਸੀ ਇਜ਼ ਫੇਮਸ ਫॉर ਹਾਈ ਮਿਲਕ ਪ੍ਰੋਡਕਸ਼ਨ Which of the following is indigenous cattle breed? Indigenous मतलब Indian origin. Jersey, Holstein Friesian, Brown Swiss या Sahiwal. So ਜਿਹੜੀ first three है ना ये तीनों foreign breeds है. Sahiwal is the Indian breed, so Sahiwal is the correct answer. Next, white leghorn is an important breed of. किदी breed है white leghorn? ये जो breed है ये है poultry. Chicken ਨੂੰ belong करता है white leghorn. Next, which poultry birds are reared primarily for egg production? Egg production ਲਈ ਕਿਹੜੇ poultry birds rear ਕੀਤੇ ਜਾਂਦੇ broilers, layers, cockerels ਜਾਂ turkeys? So egg ਲਈ ਹੁੰਦੇ ਆ layers ਠੀਕ ਹੈ ਅਗਰ ਮੀਟ ਪੁੱਛਿਆ ਤਾਂ ਮੀਟ ਲਈ broilers ਹੁੰਦੇ ਆ and turkeys ਇਹਨਾਂ ਤੋਂ ਆਪਾਂ ਨੂੰ meat ਮਿਲਦਾ and layers ਤੋਂ ਕੀ ਮਿਲਦਾ egg. This is important. Next, composite fish culture is advantageous because composite fish culture ਦਾ ਕੀ ਫਾਇਦਾ ਇਹਦੇ ਵਿੱਚ ਪਤਾ ਕੀ ਹੁੰਦਾ ਮੰਨ ਲਓ ਕੋਈ ਪੌਂਡ ਹੈ ਨਾ ਤਾਂ ਪੌਂਡ ਦੇ ਵਿੱਚ ਨਾ ਬਹੁਤ ਸਾਰੀਆਂ ਫਿਸ਼ਿਸ ਐਡ ਕਰ ਦਿੱਤੀਆਂ ਜਾਂਦੀਆਂ ਕੁਝ ਕੁ ਫਿਸ਼ਿਸ ਹੁੰਦੀਆਂ ਜਿਹੜੀਆਂ ਬਾਟਮ ਤੇ ਰਹਿੰਦੀਆਂ ਕੁਝ ਹੁੰਦੀਆਂ ਜਿਹੜੀਆਂ ਮਿਡਲ ਤੇ ਰਹਿੰਦੀਆਂ ਕੁਝ ਰਹਿੰਦੀਆਂ ਸਰਫੇਸ ਤੇ ਠੀਕ ਹੈ ਸਰਫੇਸ ਮਿਡਲ ਤੇ ਬਾਟਮ ਹੁਣ ਤਿੰਨੋਂ ਤਰ੍ਹਾਂ ਦੀਆਂ ਫਿਸ਼ਿਸ ਇਹਦੇ 'ਚ ਐਡ ਕਰ ਦਿੱਤੀਆਂ ਜਾਂਦੀਆਂ ਐਂਡ ਇਹ ਤਿੰਨੋਂ ਜਿਹੜੀਆਂ ਟਾਈਪਸ ਆ ਫਿਸ਼ਿਸ ਦੀਆਂ ਕਿਉਂਕਿ ਇਹਨਾਂ ਦੀ ਜੋ ਫੀਡਿੰਗ ਕਰਨ ਦੀ ਜਿਹੜੀ ਸਪੇਸ ਹੈ ਉਹ ਅਲੱਗ-ਅਲੱਗ ਹੈ ਨਾ ਏਰੀਆ ਅਲੱਗ-ਅਲੱਗ ਹੈ ਸਭ ਦਾ ਸੋ ਇਹਨਾਂ ਦੇ ਵਿੱਚ ਕੰਪੀਟੀਸ਼ਨ ਨਹੀਂ ਹੁੰਦਾ ਸੋ ਆਪਾਂ ਡਿਫਰੈਂਟ ਤਰ੍ਹਾਂ ਦੀਆਂ ਫਿਸ਼ਿਸ ਇੱਕੋ ਹੀ ਪੌਂਡ ਦੇ ਵਿੱਚ ਰੀਅਰ ਕਰਕੇ ਆਪਾਂ ਉਹਦੇ ਤੋਂ ਪ੍ਰੋਡਿਊਸ ਲੈ ਸਕਦੇ ਹਾਂ ਸੋ ਇਹਦਾ ਕਰੈਕਟ ਆਨਸਰ ਕੀ ਆਏਗਾ ਇਟ ਰਿਡਿਊਸਿਸ ਕੰਪੀਟੀਸ਼ਨ ਫॉर ਫੂਡ ਰਾਈਟ ਬਾਈ ਯੂਜ਼ਿੰਗ ਸਪੀਸ਼ੀਜ਼ ਵਿਦ ਡਿਫਰੈਂਟ ਫੀਡਿੰਗ ਹੈਬਿਟਸ ਸੋ ਤਿੰਨਾਂ ਦੀਆਂ ਮਤਲਬ ਤਿੰਨੋਂ ਜਿਹੜੀਆਂ ਟਾਈਪਸ ਹੈ ਫਿਸ਼ਿਸ ਦੀਆਂ ਉਹਨਾਂ ਦੀ ਫੀਡਿੰਗ ਹੈਬਿਟਸ ਡਿਫਰੈਂਟ ਹੈ ਸਰਫੇਸ ਫੀਡਰਸ मिडल जोन फीडर्स एंड बॉटम फीडर्स मतलब सब तो पहला आती है सरफेस ते सरफेस फीडर्स किहड़ियां होंदियां सरफेस वाली होंदी है एक तो सिल्वर कार्प ठीक है एक होंदी है कटला ओके एंड देन आ गई मिडल जोन ते किहड़ी फिशेस होंदी है रोहू देन बॉटम फीडर्स होंदी है कॉमन कार्प ओके वन इज कॉमन कार्प एंड एक है अपनी मृगल ਇਹ ਯਾਦ ਰੱਖਣੀਆਂ ਤੁਸੀਂ ਫਿਸ਼ਿਸ ਕਿਹੜੇ ਏਰੀਆਜ਼ ਦੇ ਉੱਤੇ ਫੀਡ ਕਰਦੀਆਂ ਰਾਈਟ ਸੋ ਕਰੈਕਟ ਆਨਸਰ ਕੀ ਆਏਗਾ ਬੀ ਆਪਸ਼ਨ ਨੈਕਸਟ ਇਜ਼ ਵਿਚ ਫਿਸ਼ ਇਜ਼ ਐਨ ਐਗਜ਼ੋਟਿਕ ਕਾਰਪ ਇੰਟਰੋਡਿਊਸਡ ਇਨਟੂ ਇੰਡੀਆ ਬਾਹਰੋਂ ਦੀ ਕਿਹੜੀ ਫਿਸ਼ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਹੈ ਉਹ ਹੈ ਕਾਮਨ ਕਾਰਪ ਓਕੇ ਕਾਮਨ ਕਾਰਪ ਰੋਹੂ ਕਟਲਾ ਮ੍ਰਿਗਲ ਇਹ ਸਾਰੀਆਂ ਇੰਡੀਅਨ ਓਰੀਜਨ ਫਿਸ਼ਿਸ ਹੈ ਨੈਕਸਟ ਇਜ਼ ਵਿਚ ਹਨੀ ਬੀ ਸਪੀਸ਼ੀਜ਼ ਇਜ਼ ਮੋਸਟਲੀ ਯੂਜ਼ਡ ਇਨ ਕਮਰਸ਼ੀਅਲ ਬੀਕੀਪਿੰਗ ਕਮਰਸ਼ੀਅਲ ਬੀ ਕੀਪਿੰਗ ਲਈ ਕਿਹੜਾ ਹਨੀ ਬੀ ਦਾ ਸਪੀਸ਼ੀਜ਼ ਜੋ ਯੂਜ਼ ਹੁੰਦਾ ਸੋ ਦੈਟ ਇਜ਼ ਐਪਿਸ ਮੈਲੀਫੇਰਾ
ओके, याद रखना है एपिस मेलिफेरा इज द करेक्ट आंसर। ਸਿੰਗਲ ਸੈਲ ਪ੍ਰੋਟੀਨ SCP ਇਜ਼ ਪ੍ਰੋਡਿਊਸਡ ਫਰੋਮ। SCP ਆਪਾਂ ਨੂੰ ਕਿੱਥੋਂ ਮਿਲਦਾ ਹੈ? SCP ਕੀ ਹੁੰਦਾ? ਇੱਕ ਨਾ ਸਪਾਇਰੂਲੀਨਾ ਨਾਮ ਦਾ ਆਰਗੈਨਿਜ਼ਮ ਹੈ, ਤੁਸੀਂ ਯਾਦ ਰੱਖਣਾ ਸਪਾਇਰੂਲੀਨਾ ਇਹਦੇ ਤੋਂ ਬਣਦਾ। ਪ੍ਰੋਟੀਨ ਹੁੰਦੇ ਇਹਦੇ ਵਿੱਚ, ਪ੍ਰੋਟੀਨ ਰਿਚ ਇਹ ਡਾਈਟ ਦੀ ਤਰ੍ਹਾਂ ਯੂਜ਼ ਹੁੰਦਾ। ਸੋ ਇਹ ਬੰਦਾ ਕਿੱਥੋਂ ਹੈ? ਫੰਜਾਈ ਐਂਡ ਐਲਗੀ, ਰਾਈਟ? ਫੰਜਾਈ ਐਂਡ ਐਲਗੀ ਇਜ਼ ਦਾ ਕਰੈਕਟ ਆਂਸਰ। ਪ੍ਰੋਟੀਨ ਰਿਚ ਮਟੀਰੀਅਲ ਹੁੰਦਾ ਜੋ ਆਪਾਂ ਨੂੰ ਫੰਜਾਈ ਤੇ ਐਲਗੀ ਤੋਂ ਮਿਲਦਾ ਹੈ। ਸਿੰਗਲ ਸੈਲ ਇਹਨੂੰ ਕਿਉਂ ਬੋਲਿਆ ਜਾਂਦਾ? ਬਿਕੋਜ਼ ਫੰਜਾਈ ਤੇ ਐਲਗੀ ਜਿਹੜੇ ਆ ਸਿੰਗਲ ਸੈਲਡ ਆਰਗੈਨਿਜ਼ਮ ਦੀ ਤਰ੍ਹਾਂ ਆਪਾਂ ਗਰੋ ਕਰਦੇ ਆ ਮਾਈਕਰੋ ਆਰਗੈਨਿਜ਼ਮਸ ਨੂੰ। ਸੋ ਦੈਟ ਇਜ਼ ਵਾਈ ਕਲਚਰ ਆਪਾਂ ਇੱਕ ਬਣਾਉਂਦੇ ਆ, ਉਹਦੇ ਵਿੱਚ ਗਰੋ ਕੀਤਾ ਜਾਂਦਾ ਹੈ, ਰਾਈਟ? ਵਿਚ ਨਿਊਟਰੀਐਂਟ ਇਜ਼ ਸਪੈਸੀਫਿਕਲੀ ਇਨਹਾਂਸਡ ਇਨ ਗੋਲਡਨ ਰਾਈਸ। ਗੋਲਡਨ ਰਾਈਸ ਹੈ ਨਾ ਜੋ, ਉਹ ਮਤਲਬ GM ਹੈ, ਜੈਨੇਟਿਕਲੀ ਮੋਡੀਫਾਈਡ ਹੈ। ਉਹਦੇ ਵਿੱਚ ਨਾ ਇੱਕ ਵਿਟਾਮਿਨ ਹੁੰਦਾ ਜਿਹੜਾ ਬਹੁਤ ਹਾਈ ਹੁੰਦਾ, ਜਿਹਦੇ ਕਰਕੇ ਬਹੁਤ ਹੀ ਫੇਮਸ ਹੈ ਗੋਲਡਨ ਰਾਈਸ। ਸੋ ਦੈਟ ਇਜ਼ ਵਿਟਾਮਿਨ A, ਯਾਨੀ ਕਿ ਬੀਟਾ ਕੈਰੋਟੀਨ ਜੋ ਨਿਊਟਰੀਐਂਟ ਹੈ ਇਹਦੇ ਵਿੱਚ ਜ਼ਿਆਦਾ ਹੁੰਦਾ ਗੋਲਡਨ ਰਾਈਸ ਦੇ ਵਿੱਚ, ਠੀਕ ਹੈ? ਹਾਂਜੀ, ਨੈਕਸਟ ਇਜ਼ ਵਿਚ ਕੰਬੀਨੇਸ਼ਨ ਇਜ਼ ਕਰੈਕਟ। ਸੋ ਤੁਸੀਂ ਦੇਖਣਾ ਹੈ ਇਹਦੇ 'ਚੋਂ ਕਿਹੜਾ ਕਰੈਕਟ ਕੰਬੀਨੇਸ਼ਨ ਹੈ। ਮੁਰਰਾ ਬੁਫੈਲੋ ਹੈ, ਵਾਈਟ ਲੈਗ ਹੌਰਨ ਲੇਅਰ ਹੈ, ਐਪਿਸ ਮੈਲੀਫੇਰਾ ਹਨੀ ਬੀ ਹੈ, ਐਂਡ ਸਪਾਇਰੂਲੀਨਾ ਸਿੰਗਲ ਸੈਲ ਪ੍ਰੋਟੀਨ। ਸੋ ਤੁਸੀਂ ਦੇਖਣਾ ਇਹਦੇ ਵਿੱਚੋਂ ਕਰੈਕਟ ਆਂਸਰ ਕਿਹੜਾ ਆਏਗਾ, A, B, C ਜਾਂ D, ਠੀਕ ਹੈ? ਸੋ ਆਪਸ਼ਨਸ ਆਰ ਗਿਵਨ ਐਂਡ ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੇਣਾ। ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਇਹਦਾ ਆਂਸਰ ਦੇਣਾ, ਮੈਨੂੰ ਛੱਡਣਾ ਨਹੀਂ ਹੈ, ਰਾਈਟ? ਸੋ ਅਗਰ ਤੁਹਾਨੂੰ ਕਿਸੇ ਪਰਟੀਕੂਲਰ ਟੌਪਿਕ 'ਤੇ ਵੀਡੀਓ ਚਾਹੀਦੀ ਹੈ ਤੁਸੀਂ ਮੈਨੂੰ ਕਮੈਂਟਸ 'ਚ ਦੱਸ ਸਕਦੇ ਹੋ। ਐਂਡ ਆਪਣਾ ਫੀਡਬੈਕ ਰਿਗਾਰਡਿੰਗ ਟੂ ਦਿਸ ਵੀਡੀਓ ਜ਼ਰੂਰ ਸ਼ੇਅਰ ਕਰੋ ਕਮੈਂਟਸ 'ਚ। ਪੋਜ਼ੀਟਿਵ ਹੈ, ਨੈਗੇਟਿਵ ਹੈ, ਜਿਹੜਾ ਵੀ ਫੀਡਬੈਕ ਹੈ ਕਾਈਂਡਲੀ ਸ਼ੇਅਰ ਇਟ ਇਨ ਦ ਕਮੈਂਟਸ। ਦੇਖੋ ਤਿਆਰੀ ਸ਼ੁਰੂ ਕਰ ਦਿਓ ਬਿਕੋਜ਼ ਪੇਪਰ ਵੈਰੀ ਸੂਨ ਹੋ ਜਾਏਗਾ, ਹੈ ਨਾ? ਥੋੜ੍ਹੇ ਦਿਨ ਹੀ ਹੋਣਗੇ ਆਪਣੇ ਕੋਲੇ ਤਿਆਰੀ ਲਈ। ਸੋ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਜ਼ੋਰਾਂ ਸ਼ੋਰਾਂ ਨਾਲ ਰੱਖੋ। ਇਸ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਜੋ ਕਿ ਪ੍ਰਿਪੇਅਰ ਕਰ ਰਹੇ ਆ ਉਹਨਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ। ਥੈਂਕ ਯੂ ਸੋ ਮਚ।